ਸਾਹਿਬ ਜੀ। ਡੰਡੋਤ ਬੰਦਨ ਕਵਾਰ, ਸਰਵ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਕਹਾਂ ਬੁੱਧ ਪ੍ਰਭ ਤੁਛ ਹਮਾਰੇ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਹਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਕਰੀ ਵਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਮਾਨਸ ਖਾਣੇ ਕਰੈ ਨਿਵਾਸ, ਸ਼੍ਰੀ ਵਗਾਇਨ ਤਿਨ ਗਲ ਤਾਗ। ਤਿਨ ਘਰ ਬ੍ਰਾਹਮਣ ਪੂਰੈ ਨਾਦ, ਓਨਾ ਪਿਆਵੈ ਓਈ ਸਾਧ। ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੈ ਆਹਾਰ। ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਮੱਥੈ ਟਿਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਾ ਸਾਈ। ਨੀਲ ਵਸਤਰ ਪੈਰ ਹੋਵੈ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ। ਅਭਾਖਿਆ ਕਾ ਕੂਠਾ ਵਕਰਾ ਖਾਣਾ, ਚੌਕੇ ਉਪਰ ਕਿਸੈ ਨ ਜਾਣਾ। ਦੇ ਕੈ ਚੌਕਾ ਕੱਢੀ ਕਾਰ, ਉਪਰ ਆਏ ਬੈਠੇ ਕੂੜਿਆਰ। ਮਤ ਭਿਟੈ ਵੇ ਮਤ ਭਿਟੈ, ਇਹ ਅੰਨ ਅਸਾਡਾ ਫਿਟੈ। ਤਨ ਫਿਟੈ ਭੇੜ ਕਰੇਨ, ਮਨ ਝੂਠੈ ਚੁਲੀ ਭਰੇਨ। ਕਹੋ ਨਾਨਕ ਸੱਚ ਧਿਆਈਐ, ਸੁਚ ਹੋਵੈ ਤਾਂ ਸੱਚ ਪਾਈਐ। ਕਹੋ ਨਾਨਕ ਸੱਚ ਧਿਆਈਐ, ਸੁਚ ਹੋਵੈ ਤਾਂ ਸੱਚ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਦੀ ਜੋ ਪਾਵਨ ਕਥਾ ਲੜੀਵਾਰ ਇਸ ਪਾਵਨ ਅਸਥਾਨ 'ਤੇ ਚੱਲ ਰਹੀ ਹੈ, ਜਿਹਦੇ ਤਹਿਤ ਆਸਾ ਕੀ ਵਾਰ ਦੀ 16ਵੀਂ ਪੌੜੀ ਦੇ ਨਾਲ ਜੋ 2 ਸ਼ਲੋਕ ਆਏ ਹਨ। ਪਹਿਲੇ ਸ਼ਲੋਕ ਦੀ ਕਥਾ ਆਪ ਜੀ ਨੇ ਕੱਲ੍ਹ ਸਰਵਣ ਕੀਤੀ ਹੈ। ਦੂਸਰੇ ਸ਼ਲੋਕ ਦਾ ਇਸ ਸਮੇਂ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਸਾਰੀ ਹੀ ਮਨੁੱਖਤਾ ਨੂੰ ਕੀ ਉਪਦੇਸ਼ ਕਰ ਰਹੇ ਹਨ। ਇਸ ਸ਼ਲੋਕ ਦੀਆਂ ਜਿਹੜੀਆਂ
ਅਖੀਰਲੀਆਂ ਦੋ ਪੰਕਤੀਆਂ ਹਨ। ਉਹਨਾਂ ਦੇ ਵਿੱਚ ਸ਼ਬਦ ਦਾ ਸਾਰ ਤਤ ਗੁਰੂ ਪਾਤਸ਼ਾਹ ਜੀ ਬਿਆਨ ਕਰ ਰਹੇ ਨੇ। ਕਹੋ ਨਾਨਕ ਸੱਚ ਧਿਆਈਐ, ਸੁਚ ਹੋਵੈ ਤਾਂ ਸੱਚ ਪਾਈਐ। ਸਾਰੇ ਧਰਮਾਂ ਦੇ ਅੰਦਰ ਪਵਿੱਤਰਤਾ ਨੂੰ ਬੜਾ ਉੱਚਾ ਰੁਤਬਾ ਦਿੱਤਾ ਗਿਆ ਹੈ। ਦੋ ਤਰ੍ਹਾਂ ਦੀ ਪਵਿੱਤਰਤਾ ਹੈ, ਦੋ ਤਰ੍ਹਾਂ ਦੀ ਸੁੱਚ ਹੈ। ਇੱਕ ਬਾਹਰਲੀ ਹੈ, ਸਰੀਰ ਦੀ ਹੈ, ਔਰ ਇੱਕ ਮਨ ਦੀ ਸੁੱਚ ਹੈ। ਜਿੱਥੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਤਨ ਨੂੰ ਜਿਹੜਾ ਹੈ ਨਿਰਮਲ ਕਰਨ ਵਾਸਤੇ ਆਖਿਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਉਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ। ਇਸ਼ਨਾਨ ਕਰਨਾ ਹੈ। ਪਰ ਜੇ ਕੋਈ ਮਨੁੱਖ ਸਰੀਰ ਦੀ ਹੀ ਸੁਚਤਾ ਨੂੰ ਜੀਵਨ ਦਾ ਆਧਾਰ ਮੰਨ ਲਵੇ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਮੂਰਖਤਾਈ ਹੈ। ਅਸਲ ਵਿੱਚ ਮਨੁੱਖ ਉਸ ਦਿਨ ਨਿਰਮਲ ਹੁੰਦਾ ਹੈ ਜਿਸ ਦਿਨ ਇਹਦੇ ਕੋਲ ਮਨ ਦੀ ਸੁਚਮਤਾ ਆ ਜਾਵੇ। ਜਿਸ ਦਿਨ ਇਹਦਾ ਮਨ ਸੁੱਚਾ ਹੋ ਗਿਆ ਉਸ ਦਿਨ ਇਹਦੇ ਜੀਵਨ ਵਿੱਚ ਪਵਿੱਤਰਤਾ ਆ ਜਾਵੇਗੀ। ਤੀਰਥਾਂ ਦਾ ਇਸ਼ਨਾਨ ਜਾਂ ਜੋ ਮਨੁੱਖ ਰੋਜ਼ ਵੀ ਇਸ਼ਨਾਨ ਕਰਦਾ ਹੈ ਤੇ ਧਰਮ ਦੇ ਕਰਮ ਵੀ ਕਰਦਾ ਹੈ, ਉਹਦਾ ਭਾਵ ਇਹੀ ਹੈ ਕਿ ਮੇਰਾ ਜੀਵਨ ਸੁੱਚਾ ਹੋ ਜਾਵੇ, ਜੀਵਨ ਨਿਰਮਲ ਹੋ ਜਾਵੇ, ਜੀਵਨ ਪਾਵਨ ਹੋ ਜਾਵੇ। ਕਿਉਂਕਿ ਜਿਵੇਂ ਆਪਾਂ ਸਰੀਰਕ ਤੌਰ 'ਤੇ ਇਸ਼ਨਾਨ ਨਾ ਕਰੀਏ ਤੇ ਮੈਲ ਤੋਂ ਇਸ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਲੱਗ ਜਾਂਦੀਆਂ ਹਨ। ਇਸੇ ਤਰ੍ਹਾਂ ਜਦੋਂ ਤੱਕ ਮਨੁੱਖ ਦਾ ਜੀਵਨ ਅੰਦਰੋਂ ਸੁੱਚਾ ਨਹੀਂ ਹੋਇਆ ਤੇ ਇਹਨੂੰ ਵੀ ਕਈ ਤਰ੍ਹਾਂ ਦੇ ਵਿਕਾਰਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ, ਉਸ ਤੋਂ ਦੁੱਖ ਪੈਦਾ ਹੁੰਦਾ ਹੈ। ਤੋ ਜਿਵੇਂ ਹੀ ਮਨੁੱਖ ਨੂੰ ਸਮਝ ਆਉਂਦੀ ਚਾਹੁੰਦਾ ਮੇਰਾ ਜੀਵਨ ਨਿਰਮਲ ਹੋ ਜਾਵੇ, ਪਾਵਨ ਹੋ ਜਾਵੇ, ਸੁੱਚਾ ਹੋ ਜਾਵੇ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵਨ ਸੁੱਚਾ ਕਿਵੇਂ ਹੋਵੇਗਾ? ਸੱਚ ਨੂੰ ਧਿਆਉਣਾ ਕਰੋ। ਹੁਣ ਕੇਵਲ ਬਾਣੀ ਪੜ੍ਹਨਾ ਹੀ ਸੱਚ ਨੂੰ ਧਿਆਉਣਾ ਨਹੀਂ ਹੈ। ਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ। ਜਦੋਂ ਮਨੁੱਖ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਵਸਾਏਗਾ, ਸੱਚ ਦੇ ਮਾਰਗ 'ਤੇ ਚੱਲੇਗਾ, ਸੱਚਾਈ 'ਤੇ ਚੱਲੇਗਾ ਤੇ ਫਿਰ ਜੀਵਨ ਸੁੱਚਾ ਹੋ ਜਾਂਦਾ ਹੈ, ਪਾਵਨ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ। ਪਾਵਨ ਜੀਵਨ, ਨਿਰਮਲ ਜੀਵਨ ਇੱਥੇ ਵੀ ਪ੍ਰਵਾਨ ਹੈ ਤੇ ਵਾਹਿਗੁਰੂ ਦੇ ਘਰ ਵਿੱਚ ਵੀ ਉਹ ਪ੍ਰਵਾਨ ਹੈ। ਪਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮਨੁੱਖ ਦਾ ਜੀਵਨ ਕਿਸ ਤਰ੍ਹਾਂ ਗੰਦਾ ਹੋ ਰਿਹਾ ਹੈ, ਕਿਸ ਤਰ੍ਹਾਂ ਮੈਲਾ ਹੋ ਰਿਹਾ ਹੈ, ਉਹ ਮਹਾਰਾਜ ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੇ ਵਿੱਚ ਬਿਆਨ ਕਰ ਰਹੇ ਨੇ। ਜੇਕਰ ਸਾਡੇ ਜੀਵਨ ਦੇ ਅੰਦਰ ਵੀ ਉਹ ਕਰਮ ਨੇ ਤੇ ਸਮਝ ਲਈਏ ਜੀਵਨ ਮੈਲਾ ਹੈ, ਜੀਵਨ ਗੰਦਾ ਹੈ, ਜੀਵਨ ਅਪਵਿੱਤਰ ਹੈ। ਤੇ ਮਹਾਰਾਜ ਜੀ ਨੇ ਉਹਨੂੰ ਨਿਰਮਲ ਕਰਨ ਦਾ, ਪਾਵਨ ਕਰਨ ਦਾ, ਸੁੱਚਾ ਕਰਨ ਦਾ ਤਰੀਕਾ ਵੀ ਦੱਸ ਦਿੱਤਾ ਹੈ। ਸਾਹਿਬ ਸੱਚੇ ਪਾਤਸ਼ਾਹ ਪਹਿਲਾਂ ਇਹਦੀ ਮਲੀਨਤਾ ਦੀ ਗੱਲ ਕਰਦੇ ਨੇ, ਪਹਿਲਾਂ ਬਿਮਾਰੀ ਦੀ ਗੱਲ ਕਰਦੇ ਨੇ,
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ। ਮਹੱਲਾ ਪਹਿਲਾ। ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿਨ ਗਲ ਧਾਗ। ਇੱਕ ਸਿਆਣੇ ਲੋਕਾਂ ਦਾ ਅਖਾਣ ਹੈ, ਜਥਾ ਰਾਜਾ ਤਥਾ ਪਰਜਾ। ਜਿਸ ਤਰ੍ਹਾਂ ਦਾ ਰਾਜਾ ਹੋਵੇ ਉਸ ਤਰ੍ਹਾਂ ਦੀ ਪਰਜਾ ਹੋ ਜਾਂਦੀ ਹੈ। ਧਰਮ ਦੇ ਚਾਰ ਪੈਰਾਂ ਵਿੱਚੋਂ ਰਾਜੇ ਨੂੰ ਵੀ ਇੱਕ ਧਰਮ ਦਾ ਪੈਰ ਮੰਨਿਆ ਗਿਆ ਹੈ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਰਾਜੇ ਦੇ ਕਰਮਚਾਰੀ ਨੇ, ਜਦੋਂ ਰਾਜਾ ਭ੍ਰਿਸ਼ਟ ਹੋਵੇ ਤੇ ਉਹ ਫਿਰ ਆਪਣੇ ਅਫਸਰਾਂ ਨੂੰ ਹੁਕਮ ਕਰ ਦਿੰਦਾ ਹੈ ਵੀ ਜਿਵੇਂ ਮਰਜ਼ੀ ਕਰੋ, ਸ਼ਾਮ ਨੂੰ ਮੇਰੇ ਘਰ ਵਿੱਚ ਇੰਨਾ ਪੈਸਾ ਆਉਣਾ ਚਾਹੀਦਾ ਹੈ। ਤੇ ਫਿਰ ਪੁਲਿਸ ਵਾਲੇ ਜਾਂ ਜਿੰਨੇ ਵੀ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਨੇ, ਫਿਰ ਉਹ ਜਿਹੜਾ ਵੀ ਕੋਈ ਉਹਨਾਂ ਦੇ ਕੋਲ ਫਸਦਾ ਹੈ ਉਹ ਫਿਰ ਕਹਿੰਦੇ ਇੰਨਾ ਪੈਸਾ ਚਾਹੀਦਾ ਹੈ, ਇੰਨੀ ਰਿਸ਼ਵਤ ਚਾਹੀਦੀ ਹੈ। ਫਿਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਕਾਰੀ ਕਰਮਚਾਰੀ ਧਨ ਇਕੱਠਾ ਕਰਦੇ ਨੇ, ਉਹ ਫਿਰ ਅਫਸਰਾਂ ਨੂੰ ਵੰਡਿਆ ਜਾਂਦਾ ਹੈ, ਰਾਜੇ ਤੱਕ ਪਹੁੰਚਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਉਹਨਾਂ ਦਾ ਹੱਕ ਨਹੀਂ ਸੀ, ਪਰ ਉਹਨਾਂ ਨੇ ਇਸ ਤਰ੍ਹਾਂ ਮਨੁੱਖਾਂ ਨੂੰ ਖਾਣਾ ਕੀਤਾ ਹੈ। ਮਾਨਸ ਖਾਣੇ ਕਰੇ ਨਿਵਾਜ, ਇਸ ਤਰ੍ਹਾਂ ਲੋਕਾਂ ਨੂੰ ਖਾ ਰਹੇ ਨੇ। ਤੇ ਫਿਰ ਪੜ੍ਹਦੇ ਨੇ ਮਸੀਤ ਦੇ ਵਿੱਚ ਜਾ ਕੇ ਨਮਾਜ਼ਾਂ। ਆਪਾਂ ਵੇਖੀਏ ਭਾਵੇਂ ਇਹ ਮਹਾਰਾਜ ਦਾ ਸ਼ਬਦ ਪਰਥਾਏ ਹੈ, ਪਰ ਜੇ ਕੋਈ ਸਾਡਾ ਸਿੱਖ ਵੀਰ ਉਹ ਵੀ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਦੇ ਨੇ, ਨੌਕਰੀਆਂ ਕਰਦੇ ਨੇ, ਤੇ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਭਾਵੇਂ ਸਰਦਾਰ ਵੀ ਬੈਠੇ ਹੋਣ ਤੇ ਉਹਨਾਂ ਦੇ ਕੋਲ ਕੋਈ ਸਰਦਾਰ ਵੀ ਆ ਜਾਵੇ ਤੇ ਉਹ ਬਖਸ਼ਦੇ ਨਹੀਂ। ਉਹ ਕਹਿੰਦੇ ਵੀ ਤੇਰਾ ਕੰਮ ਤਾਂ ਹੋਵੇਗਾ ਵੀ ਇਹ ਤੇ ਇੰਨੀ ਵੱਡੀ ਦੇਣੀ ਪੈਣੀ ਹੈ, ਕੰਮ ਤੇਰਾ ਕਰਾ ਦਿਆਂਗੇ, ਅਸੀਂ ਕੁਝ ਨਹੀਂ ਰੱਖਣਾ, ਇੱਥੇ ਭਾਈ ਵੱਡੇ ਅਫਸਰਾਂ ਨੇ ਲੈਣਾ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਮਨੁੱਖਾਂ ਨੂੰ ਖਾਣ ਵਾਲੇ ਲੋਕ ਨਮਾਜ਼ਾਂ ਪੜ੍ਹਦੇ ਨੇ, ਆਪਣੇ ਧਰਮ ਦੇ ਅਨੁਸਾਰ ਆਪਾਂ ਕਹਿ ਦਈਏ ਪਾਠ ਕਰਦੇ ਨੇ, ਬਾਣੀ ਪੜ੍ਹਦੇ ਨੇ। ਹਿੰਦੂ ਧਰਮ ਦੇ ਅਨੁਸਾਰ ਉਹ ਵੀ ਆਪਣੇ ਗਾਇਤਰੀ ਮੰਤਰ ਜਾਂ ਹੋਰ ਜਿੰਨਾ ਵੀ ਉਹਨਾਂ ਦਾ ਪਾਠ ਪੂਜਾ ਉਹ ਕਰਦੇ ਨੇ। ਛੁਰੀ ਵਗਾਇਨ ਤਿਨ ਗਲ ਧਾਗ, ਜੋ ਇਸ ਤਰ੍ਹਾਂ ਛੁਰੀ ਚਲਾਉਂਦੇ ਨੇ। ਤੁਸੀਂ ਵੇਖਿਆ ਹੋਣਾ, ਕਦੀ ਵਾਹ ਪਿਆ ਹੋਣਾ, ਦਫ਼ਤਰਾਂ ਵਿੱਚ ਜਾਓ, ਉੱਥੇ ਅੱਗੇ ਬੰਦੇ ਹੁੰਦੇ ਨੇ, ਉਹ ਕਹਿੰਦੇ ਤੁਹਾਡਾ ਕੰਮ ਕਰਾ ਦਾਂਗੇ, ਇੰਨਾ ਪੈਸਾ ਲੱਗੇਗਾ। ਉਹਨਾਂ ਕੋਲ ਆਪਣੀ ਚਲਾਕੀ ਦੀ, ਆਪਣੇ ਹੁਨਰ ਦੀ ਛੁਰੀ ਹੁੰਦੀ ਹੈ। ਉਹ ਐਸੀ ਕੁੰਡੀ ਵਿੱਚ ਬੰਦੇ ਨੂੰ ਫਸਾ ਲੈਂਦੇ ਨੇ ਕਿ ਬੰਦਾ ਨਿਕਲ ਨਹੀਂ ਸਕਦਾ। ਉਹਨੂੰ ਮਜਬੂਰੀ ਹੁੰਦੀ ਮੈਂ ਆਪਣਾ ਕੰਮ ਕਰਾਉਣਾ ਕਿਸੇ ਨਾ ਕਿਸੇ ਤਰੀਕੇ। ਮਹਾਰਾਜ ਕਹਿੰਦੇ ਜਿਹੜੇ ਇਸ ਤਰ੍ਹਾਂ ਛੁਰੀਆਂ ਚਲਾਉਂਦੇ ਨੇ, ਉਹਨਾਂ ਨੇ ਗਲ ਦੇ ਵਿੱਚ ਜਨੇਊ ਪਾਇਆ ਹੋਇਆ ਹੈ। ਜਿਹੜੇ ਅਫਸਰ ਲੋਕ ਨੇ ਜਾਂ ਹੋਰ ਅੱਗੇ ਉਹਨਾਂ ਦੇ ਕਰਿੰਦੇ ਨੇ, ਆਪਾਂ ਕਹਿ ਦਈਏ ਤੇ ਆਪਾਂ ਕਹਿ ਦਾਂਗੇ ਗਾਤਰਾ ਪਾਇਆ ਹੋਇਆ ਹੈ ਆਪਣੇ ਧਰਮ ਦੇ ਅਨੁਸਾਰ। ਸਾਰੇ ਧਰਮਾਂ ਦੇ ਲੋਕਾਂ ਨੂੰ ਇਹ ਮਹਾਰਾਜ ਦਾ ਸ਼ਬਦ ਸਮਝਾਇਆ ਗਿਆ। ਭਾਵੇਂ ਇਹ ਪਰਥਾਏ ਹੈ, ਪਰ ਇਹਦਾ ਅਰਥ ਆਪਣੇ 'ਤੇ ਵੀ ਢੁਕਦਾ ਹੈ, ਸਾਰਿਆਂ 'ਤੇ ਵੀ ਧਰਮ ਦੇ ਚਿੰਨ੍ਹ ਪਾਏ ਹੋਏ ਨੇ। ਪਰ ਇਸ ਤਰ੍ਹਾਂ ਲੋਕਾਂ ਨੂੰ ਉਹ ਸਰਕਾਰੀ ਕਰਮਚਾਰੀ ਠੱਗਦੇ ਨੇ, ਇਸ ਤਰ੍ਹਾਂ ਉਹਨਾਂ ਦਾ ਗਲ ਵੱਢਦੇ ਨੇ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਲਿਖਿਆ ਹੈ, ਇਹ ਸਮੇਂ ਦਾ ਵਰਤਾਰਾ। ਕੱਲ ਆਈ ਕੁੱਤੇ ਮੂਈ, ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਈ। ਜਥਾ ਰਾਜਾ ਤਥਾ ਪਰਜਾ ਹੋ ਜਾਂਦੀ ਹੈ। ਰਾਜਾ ਧਰਮੀ ਹੋਵੇ ਤੇ ਪਰਜਾ ਵੀ ਧਰਮ ਵਾਲੇ ਪਾਸੇ ਤੁਰ ਪੈਂਦੀ ਹੈ। ਬੜਾ ਵੱਡਾ ਰਾਜੇ ਦਾ ਰੋਲ ਹੈ। ਜੇ ਰਾਜਾ ਹੀ ਭ੍ਰਿਸ਼ਟ ਹੋ ਗਿਆ, ਪਰਜਾ ਨੇ ਭ੍ਰਿਸ਼ਟ ਹੋਣਾ ਹੀ ਹੋਣਾ ਹੈ। ਜੇ ਫੌਜ ਦਾ ਮੁਖੀ ਭ੍ਰਿਸ਼ਟ ਹੋ ਗਿਆ, ਦੂਜੇ ਫੌਜੀ ਅਫਸਰ ਉਹ ਵੀ ਹੋਣਗੇ।
ਜਿਹੜਾ ਮੁਖੀ ਹੈ ਕਿਸੇ ਵੀ ਸੰਸਥਾ ਦਾ ਹੈ, ਕਿਸੇ ਵੀ ਥਾਂ ਦਾ ਮੁਖੀ ਬੰਦਾ, ਉਹ ਹੀ ਮਰਿਆਦਾ ਭੰਗ ਕਰ ਰਿਹਾ ਹੈ ਤੇ ਫਿਰ ਨੀਚਲੇ ਵਾਲੇ ਮਰਿਆਦਾ ਨੂੰ ਕਾਇਮ ਨਹੀਂ ਰੱਖ ਸਕਣਗੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗਲ ਵਿੱਚ ਭਾਵੇਂ ਧਰਮ ਦਾ ਚਿੰਨ੍ਹ ਪਾਇਆ ਹੋਇਆ ਹੈ, ਪਰ ਕੰਮ ਕਸਾਈਆਂ ਵਾਲਾ ਕਰ ਰਹੇ ਨੇ। ਤਿੰਨ ਘਰ ਬ੍ਰਾਹਮਣ ਪੂਰੈ ਨਾਦ, ਉਹਨਾਂ ਪਿਆਵੈ ਉਹੀ ਸਾਧ। ਬ੍ਰਾਹਮਣ ਉਹਨਾਂ ਦੇ ਘਰ ਜਾ ਕੇ ਨਾਦ ਪੂਰਦੇ ਨੇ, ਸੰਖ ਪੂਰਦੇ ਨੇ, ਸ਼ਬਦ ਪੜ੍ਹਦੇ ਨੇ ਬੜੀ ਉੱਚੀ ਉੱਚੀ ਹੇਕਾਂ ਲਾ ਕੇ, ਬੜੇ ਹਵਨ ਕਰਦੇ ਨੇ, ਬੜੀ ਉੱਚੀ ਜੋਸ਼ ਨਾਲ ਮੰਤਰ ਪੜ੍ਹਨਗੇ ਵੀ ਤੁਸੀਂ ਤਾਂ ਹੁਣ ਬਸ ਸਿੱਧਾ ਸੱਚਖੰਡ ਵਿੱਚ ਹੀ ਚਲਾ ਜਾਣਾ ਹੈ, ਤੁਹਾਡੇ ਵਰਗਾ ਕੋਈ ਹੈ ਹੀ ਨਹੀਂ। ਇਹ ਆਪਣੇ ਧਰਮ 'ਤੇ ਵੀ ਆਪਾਂ ਲਾਗੂ ਕਰ ਲਈਏ ਕਿ ਐਸੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਅਖੰਡ ਪਾਠ ਹੁੰਦੇ ਨੇ ਅਤੇ ਉੱਥੇ ਫਿਰ ਪਾਠੀ ਵੀ ਬੜਾ ਉੱਚੀ ਉੱਚੀ ਪਾਠ ਕਰਕੇ ਸੁਣਾਉਣਗੇ, ਕੀਰਤਨੀਏ ਵੀ ਬੜਾ ਉੱਚੀ ਕੀਰਤਨ, ਬੜਾ ਰਸ ਵਿੱਚ ਜਿਵੇਂ ਭਿੱਜਿਆ ਹੁੰਦਾ ਹੈ, ਕਿਉਂਕਿ ਉਹ ਲੋਕ ਮਾਇਆ ਮੋਟੀ ਦਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਘਰ ਵਿੱਚ ਉਹ ਪੁਜਾਰੀ ਲੋਕ ਜਿਹੜੇ ਨੇ ਜਾ ਕੇ ਨਾਦ ਪੂਰਦੇ ਨੇ। ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਏਮਨਾਬਾਦ ਦੀ ਧਰਤੀ 'ਤੇ ਗਏ ਨਾ, ਮਲਕ ਭਾਗੋ ਬਹੁਤ ਵੱਡਾ ਬ੍ਰਹਮ ਭੋਜ ਕਰ ਰਿਹਾ ਸੀ ਅਤੇ ਮਲਕ ਭੋਗ ਬਹੁਤ ਧਨਾੜ ਬੰਦਾ ਸੀ। ਇਹਦੀ ਸਰਕਾਰੇ ਦਰਬਾਰੇ ਬੜੀ ਚੱਲਦੀ ਸੀ। ਜਿਹਦੀ ਮਰਜ਼ੀ ਚਾਹੁੰਦਾ ਸੀ ਜ਼ਮੀਨ ਦੱਬ ਲੈਂਦਾ ਸੀ, ਜਿਹਦੀ ਮਰਜ਼ੀ ਚਾਹੁੰਦਾ ਸੀ ਧਨ ਲੈ ਲੈਂਦਾ ਸੀ। ਜੇ ਕਿਸੇ ਨੇ ਇਹਦੇ ਕੋਲ ਜਾਣਾ ਵੀ ਸੇਠ ਜੀ ਮੇਰਾ ਕੰਮ ਕਰਾ ਦਿਓ, ਕਹਿੰਦੇ ਵੀ ਕੰਮ ਤੇਰਾ ਹੋ ਜਾਏਗਾ, ਇੰਨਾ ਪੈਸਾ ਲੱਗੇਗਾ। ਗਰੀਬਾਂ ਨੂੰ ਲੁੱਟ ਲੁੱਟ ਕੇ ਕੁਝ ਆਪ ਰੱਖਣਾ, ਕੁਝ ਅੱਗੇ ਦੇਣਾ। ਅਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਭਾਈ ਲਾਲੋ ਦੇ ਘਰ ਜਾ ਕੇ ਠਹਿਰੇ ਨੇ, ਉਹ ਗਰੀਬ ਮਿਹਨਤ ਮਜ਼ਦੂਰੀ ਕਰਨ ਵਾਲਾ, ਉਹਦੇ ਘਰ ਵਿੱਚ ਮਹਾਰਾਜ ਜੀ ਨੇ ਜਾ ਕੇ ਉਤਾਰਾ ਕੀਤਾ ਹੈ। ਉਹ ਬਾਜਰੇ ਦੀਆਂ ਰੋਟੀਆਂ ਪਕਾ ਕੇ ਖਵਾਉਂਦਾ, ਬੜਾ ਰਸ ਲੈਂਦੇ ਨੇ ਮਹਾਰਾਜ। ਇਹ ਮਲਕ ਭਾਗੋ ਨੇ ਆਪਣੇ ਘਰ ਬ੍ਰਹਮ ਭੋਜ ਕੀਤਾ, ਬੜੇ ਬ੍ਰਾਹਮਣਾਂ ਨੂੰ ਸੱਦਿਆ, ਬੜੇ ਹੋਰ ਲੋਕਾਂ ਨੂੰ ਸੱਦਿਆ। ਅਤੇ ਇਹਨੂੰ ਪਤਾ ਲੱਗਾ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਆਏ ਨੇ, ਇਹਨੇ ਸੱਦਾ ਭੇਜਿਆ। ਮਹਾਰਾਜ ਕਹਿੰਦੇ ਭਾਈ ਸਾਨੂੰ ਲੋੜ ਨਹੀਂ ਹੈ, ਅਸੀਂ ਐਸਾ ਬ੍ਰਹਮ ਭੋਜ ਨਹੀਂ ਸਕਦੇ। 2-3 ਵਾਰੀ ਇਹਨੇ ਬੰਦੇ ਭੇਜੇ, ਜਦੋਂ ਨਾ ਹੀ ਹਟਿਆ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਇਹਦੇ ਘਰ ਗਏ ਅਤੇ ਇਹਨੇ ਆਖਿਆ ਸੀ ਤੁਸੀਂ ਮੇਰੇ ਘਰ ਬ੍ਰਹਮ ਭੋਜ ਛਕਣ 'ਤੇ ਇੰਨੀ ਦੇਰ ਕਿਉਂ ਲਾਈ, ਪਹਿਲਾਂ ਕਿਉਂ ਨਹੀਂ ਆਏ? ਸਤਿਗੁਰੂ ਜੀ ਫਿਰ ਕਹਿੰਦੇ ਵੀ ਇਹ ਤੇਰਾ ਜਿਹੜਾ ਭੋਜਨ ਹੈ ਇਹ ਛਕਣ ਦੇ ਲਾਇਕ ਨਹੀਂ ਹੈ, ਯੋਗ ਨਹੀਂ ਹੈ। ਉਹ ਕਹਿਣ ਲੱਗਾ ਕਿਉਂ ਜੀ? ਦੇਖੋ 36 ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ ਨੇ, ਮਾਲ ਪੂੜੇ ਤਿਆਰ ਕੀਤੇ ਗਏ ਨੇ, ਇਹਦੇ ਵਿੱਚ ਕੀ ਦੋਸ਼ ਹੈ? ਇਤਿਹਾਸ ਵਿੱਚ ਲਿਖਿਆ ਮਹਾਰਾਜ ਜੀ ਨੇ ਇੱਕ ਪਾਸੇ ਇਹਦੀਆਂ ਪੂੜੀਆਂ ਅਤੇ ਇੱਕ ਪਾਸੇ ਭਾਈ ਲਾਲੋ ਦੇ ਕੋਲੋਂ ਬਾਜਰੇ ਦੀ ਰੋਟੀ ਪਕੜੀ। ਜਦੋਂ ਜ਼ੋਰ ਦੇ ਨਾਲ ਨਪੀੜਿਆ, ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਅਤੇ ਮਲਕ ਭਾਗੋ ਦੇ ਪੂੜਿਆਂ ਵਿੱਚੋਂ ਲਹੂ ਸਿਮਿਆ ਸੀ। ਮਹਾਰਾਜ ਕਹਿੰਦੇ ਵੇਖੇ ਤੇਰੀ ਹੱਕ ਹਲਾਲ ਦੀ ਕਮਾਈ ਨਹੀਂ, ਤੇਰੀ ਮਿਹਨਤ ਦੀ ਕਮਾਈ ਨਹੀਂ, ਪਤਾ ਨਹੀਂ ਕਿੰਨਿਆਂ ਨੂੰ ਠੱਗਿਆ ਹੈ ਅਤੇ ਉਹਦੇ ਵਿੱਚੋਂ ਤੂੰ ਹੁਣ ਐਡਾ ਵੱਡਾ ਲੰਗਰ ਲਾ ਰਿਹਾ ਹੈ। ਅਕਸਰ ਐਸੇ ਲੋਕ ਇਸ ਤਰ੍ਹਾਂ ਹੀ ਕਰਦੇ ਨੇ। ਅਤੇ ਮਹਾਰਾਜ ਕਹਿੰਦੇ ਉਹਨਾਂ ਦੇ ਘਰ ਜਾ ਕੇ ਬ੍ਰਾਹਮਣ ਨਾਦ ਪੂਰਦਾ ਹੈ, ਸੰਖ ਵਜਾਉਂਦਾ ਬੜੀ ਉੱਚੀ ਉੱਚੀ, ਬੜਾ ਜ਼ੋਰ ਲਾ ਕੇ, ਉਹਨਾਂ ਪਿਆਵੈ ਉਹੀ ਸਾਧ। ਅਤੇ ਉਹ ਫਿਰ ਬ੍ਰਾਹਮਣ ਨੂੰ, ਪੁਜਾਰੀ ਨੂੰ, ਸਾਰੇ ਧਰਮਾਂ ਦੀ ਗੱਲ ਹੈ, ਸਾਰੇ ਧਰਮਾਂ ਦੇ ਜਿਹੜੇ ਪੁਜਾਰੀ ਉਹ ਜਦੋਂ ਉਸ ਤਰ੍ਹਾਂ ਦਾ ਧਨ ਲੈ ਕੇ ਆਉਂਦੇ ਨੇ ਫਿਰ ਉਹਨਾਂ ਨੂੰ ਵੀ ਉਸੇ ਤਰ੍ਹਾਂ ਦਾ ਹੀ ਸਵਾਦ ਆਉਣ ਲੱਗ ਜਾਂਦਾ ਹੈ। ਉਹਨਾਂ ਪਿਆਵੈ ਉਹੀ ਸਾਧ, ਉਹਨਾਂ ਨੂੰ ਵੀ ਉਹ ਸਵਾਦ ਲੱਗਣ ਲੱਗ ਜਾਂਦਾ ਹੈ, ਉਸ ਤਰ੍ਹਾਂ ਦਾ ਜੀਵਨ ਹੋ ਜਾਂਦਾ ਹੈ। ਕੱਲ੍ਹ ਵੀ ਬੇਨਤੀ ਕੀਤੀ ਸੀ, ਜੈਸਾ ਖਾਈਏ ਅੰਨ ਵੈਸਾ ਹੋ ਜਾਏ ਮਨ, ਜੈਸਾ ਪੀਏ ਪਾਣੀ ਵੈਸੀ ਹੋ ਜਾਏ ਬਾਣੀ।
जिस तरह का पानी पीवे मनुख उस तरह की बाणी बोलन लग जाता है, उस तरह के बोल बोलन लग जाता है। पानी का अन्न का बहुत वड्डा साडे जीवन दे विच असर है। इस करके सतपुरुष किसी के घरों पानी भी पीना होवे तो 100 बारी विचार करते हैं भी इतों पानी पीना चाहिए कि नहीं पीना चाहिए, क्योंकि ऐसे घर का पीता होया पानी भी मनुख की बाणी नूं बिगाड़ देंदा है, मनुख के बोलों नूं बिगाड़ देंदा है। महाराज सच्चे पातशाह कहते मानस खाने करे निवाज, छुरी विगायन तिन गल ताग, तिन कर ब्राह्मण पूरे नाद, ओना पियावे ओही साध ओही स्वाद। उन्हां दे जीवन विच उन्हां दे बच्चों ते भी उस तरह का असर हो जाता है, क्योंकि जिस तरह की कमाई आई उहदा असर हुंदा है। कूड़ी रास कूड़ा व्यापार। महाराज कहते होने जिहड़े इस तरह के लोग ने, इन्हां दी जिहड़ी रास है शरधा है वो झूठी है, कूड़ी है। वो शरधा बड़ी कर के विखाते ने। कदे भी वेख लेना जिहड़े धनाड़ लोग ने, पैसे वाले जिहड़े इस तरह के लोग ने, वो शरधा बड़ी करके विखाणगे, क्योंकि उन्होंने पता होंदा गुनाह बड़े कीते ने, हुण बख्शा लीए। तो महाराज सच्चे पातशाह कहते कूड़ा व्यापार, उन्हों का जिहड़ा व्यापार है कारोबार है वो भी झूठा है। वह झूठी रास दे नाल जिहड़ा व्यापार करना चाहुंदे ने धर्म का, वो भी झूठा है। जद कि बाणी विच ये भी वचन आए ने, जिहड़े संत ने नाम जपण वाले ने, किन्हीं बनजिया कांसी तांबा, किन्हीं लोग सुपारी, संतो बनजिया नाम गोविंद का, ऐसी खेप हमारी हर के नाम के व्यापारी। क्योंकि उन्होंने श्रद्धा झूठी नहीं हुंदी, वो किसी नूं विखावे मात्र श्रद्धा करके नहीं विखांदे, उन्होंने श्रद्धा सच्ची हुंदी है। वो सच्ची श्रद्धा रूपी पूंजी दे नाल सच्चा नाम का व्यापार करते हैं। हर के नाम के व्यापारी, हीरा हाथ चढ़िया निर्मोलक छूट गई संसारी। पर जिन्हां दी रास ही झूठी, श्रद्धा झूठी है, क्योंकि सच्ची श्रद्धा वाला मनुख कदे भी होर पासे नहीं जाएगा। कूड़ बोल करे आहार। महाराज कहते ऐसे लोग झूठ बोल के भोजन सकते हैं, भाव रोटी खाते हैं, रोज़ अपने जीवन दे विच झूठ बोलते हैं। हुण इहनूं आपां किवें समझ सकते हैं? जिवें देखो आपां नूं पता है भी ये बंदे दी कमाई बड़ी माड़ी है। ग्रंथी सिंह ਜਾਂ पंडित ਜਾਂ कोई भी पुजारी है, वो जदों ऐसे लोगों के घर विच गया, सारे धर्मां दे विच लोग चंगे भी ने माड़े भी ने। पंडित नूं, ग्रंथी नूं, पादरी नूं पता हुंदा भी ये बंदे दी कमाई माड़ी है। आपां नूं पता हुंदा है भी ये बंदे दा कारोबार किस तरह दा है। पर आपां उत्थे अरदास करांगे महाराज इन्हां दी चढ़दी कला करनी। वो भावें नशा वेच के ही लोकां दे बच्चिआं नूं नशा सप्लाई करके पैसा कमांदा होवे ते आपां उहदी चढ़दी कला दी अरदास कर रहे हैं। वो भावें किन्ना भी दुराचार करदा होवे, फिर भी उहदी आपां नूं पता हुंदा है बंदा बेविचारी, फिर भी उहदी अरदास, क्योंकि एक मजबूरी भी हो जाती है। इस तरह के लोग किते प्रबंधकां नूं कह देण भी तुहाडा ग्रंथी ते साडे उहने अरदास नहीं कीती, ते प्रबंधकां ने क्लास ला देनी भी तूं उहदी अरदास क्यों नहीं कीती। वो बंदा तो इन्ना पैसा दे के जाता है गुरुद्वारे मंदिर विच मसीत विच, भी तूं उहदे घर क्यों नहीं गया, तूं उहदी अरदास नहीं कीती। तो झूठ बोलना पैंदा, फिर उत्थे कूड़ बोल करे आहार। रब दे कोल झूठ बोलना पैंदा। महाराज ये बंदा बड़ा सेवक है। आपां वेखदे ना प्रचारक को प्रचार करते हैं, कई बार भोग पैंदे ने ते लोग मैग ते बोलन लग जाणगे ये बंदा बड़ा सच्चा सुच्चा सी, ये बंदा बड़ा चंगा सी। कूड़ बोल करे आहार,
ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਮਹਾਰਾਜ ਕਹਿੰਦੇ ਲੋਕਾਂ ਨੂੰ ਸ਼ਰਮ ਨਹੀਂ ਰਹਿ ਗਈ ਕਿਸੇ ਵੀ ਤਰ੍ਹਾਂ ਦੀ, ਬੋਲਣ ਲੱਗਿਆਂ ਵੀ ਸ਼ਰਮ ਨਹੀਂ ਰਹਿ ਗਈ ਵੀ ਕੀ ਬੋਲ ਰਹੇ ਹਾਂ, ਲੱਜਾ ਨਹੀਂ ਰਹਿ ਗਈ। ਸੱਚੇ ਸਤਿਗੁਰੂ ਦੇ ਦਰਬਾਰ ਵਿੱਚ ਇੱਕ ਬੰਦਾ ਸ਼ਰਾਬ ਪੀ ਕੇ ਮਰਿਆ ਤੇ ਤੁਸੀਂ ਉਹਦੀ ਉਸਤਤ ਕਰ ਰਹੇ ਹੋ। ਬੰਦਾ ਕਦੇ ਗੁਰਦੁਆਰੇ ਨਹੀਂ ਵੜਿਆ, ਮਰ ਗਿਆ, ਉਹਦੀਆਂ ਫਿਰ ਜੂੰ ਸਪੀਚਾਂ ਦੇਣ ਲੱਗ ਜਾਣਗੇ, ਬੰਦਾ ਬੜਾ ਚੰਗਾ ਸੀ, ਇਹਨੇ ਸਮਾਜ ਦੀ ਇਹ ਬੜੀ ਸੇਵਾ ਕੀਤੀ, ਇਹ ਕੀਤਾ। ਸ਼ਰਮ ਨਹੀਂ ਰਹਿ ਗਈ ਵੀ ਸੱਚੇ ਦਰਬਾਰ ਵਿੱਚ ਸੱਚੇ ਸਤਿਗੁਰੂ ਦੀ ਵਡਿਆਈ ਕਰੀਏ। ਕਈ ਪ੍ਰਚਾਰਕ ਵੀ ਬੋਲਣ ਲੱਗ ਜਾਣਗੇ ਕੀਰਤਨ ਕਰਦਿਆਂ ਜਾਂ ਕਥਾ ਵਿੱਚ, ਬਈ ਇਹ ਤਾਂ ਬੰਦੇ ਬੜੇ ਚੰਗੇ ਨੇ ਜੀ, ਬੜਾ ਗੁਰਮੁਖ ਪਰਿਵਾਰ ਹੈ। ਮਹਾਰਾਜ ਕਹਿੰਦੇ ਸ਼ਰਮ ਧਰਮ ਕਾ ਡੇਰਾ ਦੂਰ, ਸ਼ਰਮ ਧਰਮ ਬੜੀ ਦੂਰ ਚਲਾ ਗਿਆ। ਮਨੁੱਖ ਬੋਲ ਰਿਹਾ, ਲੱਗਦਾ ਹੈ ਧਰਮੀ ਹੈ, ਪਰ ਇਹਦੇ ਕੋਲ ਧਰਮ ਨਹੀਂ ਰਿਹਾ, ਕਿਤੇ ਪੰਖ ਲਾ ਕੇ ਉੱਡਰ ਗਿਆ, ਧਰਮ ਦਿਖਾਈ ਨਹੀਂ ਦਿੰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨਾਨਕ ਕੂੜ ਰਿਹਾ ਭਰਪੂਰ। ਮਹਾਰਾਜ ਕਹਿੰਦੇ ਸਾਰੇ ਪਾਸੇ ਝੂਠ ਵਰਤ ਰਿਹਾ ਹੈ, ਝੂਠ ਦਾ ਹੀ ਬੋਲ ਬਾਲਾ ਹੋ ਰਿਹਾ ਹੈ। ਮੱਥਾ ਟਿੱਕਾ ਤੇੜ ਧੋਤੀ ਕਖਾਈ। ਹੁਣ ਜਿਹੜੇ ਹਿੰਦੂ ਉਸ ਸਮੇਂ ਛਤਰੀ ਸਨ, ਖੱਤਰੀ, ਉਹਨਾਂ ਨੇ ਮੱਥੇ ਟਿੱਕਾ ਵੀ ਲਾਇਆ ਹੈ, ਤੇੜ ਜਿਹੜੀ ਹੈ ਗੇਰੂਏ ਰੰਗ ਦੀ ਧੋਤੀ ਵੀ ਬੰਨੀ ਹੋਈ, ਹੱਥ ਛੁਰੀ ਜਗਤ ਕਸਾਈ, ਪਰ ਹੱਥ ਦੇ ਵਿੱਚ ਛੁਰੀ ਹੈ। ਕਿਹੜੀ? ਕਾਨੂੰਨ ਦੀ। ਕਿਉਂਕਿ ਅਫਸਰ ਲੋਕ ਹੁੰਦੇ ਸਨ, ਉਹਨਾਂ ਦੇ ਕੋਲ ਕਾਨੂੰਨ ਦੀ ਛੁਰੀ ਹੈ। ਅੱਜ ਆਪਾਂ ਵੇਖਦੇ ਹਾਂ ਕਾਨੂੰਨ ਦੀ ਛੁਰੀ ਦੇ ਨਾਲ ਲੋਕਾਂ ਦਾ ਗਲ ਵੱਢਿਆ ਜਾਂਦਾ ਹੈ। ਇਸ ਤਰ੍ਹਾਂ ਦੇ ਕਾਨੂੰਨ ਨੇ, ਇੱਦਾਂ ਹੋਵੇਗਾ, ਇੱਦਾਂ ਹੋਵੇਗਾ। ਅਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਗਤ ਦੇ ਵਿੱਚ ਇੱਕ ਸਾਈ ਬਣ ਕੇ ਜਗਤ ਨੂੰ ਵੱਢ ਰਿਹਾ ਹੈ। ਨੀਲ ਵਸਤਰ ਹੋਵੇ, ਨੀਲ ਵਸਤਰ ਪੈਰ ਹੋਵੇ ਪ੍ਰਵਾਨ। ਇਸ ਤਰ੍ਹਾਂ ਦੇ ਲੋਕ ਉਦੋਂ ਜਦੋਂ ਜਾਂਦੇ ਸਨ ਦਫ਼ਤਰ ਦੇ ਵਿੱਚ, ਅਤੇ ਮੁਸਲਮਾਨਾਂ ਨੇ ਇਹ ਸ਼ਰ੍ਹਾ ਰੱਖੀ, ਇਹ ਨਿਯਮ ਬਣਾਇਆ ਸੀ ਵੀ ਕੋਈ ਹਿੰਦੂ ਸਾਨੂੰ ਮਿਲਣ ਵਾਸਤੇ ਆਵੇ, ਉਹ ਨੀਲੇ ਰੰਗ ਦੇ ਵਸਤਰ ਪਾ ਕੇ ਆਵੇ ਸਾਡੇ ਧਰਮ ਦੇ ਮੁਤਾਬਕ, ਨਹੀਂ ਤੇ ਦਫ਼ਤਰ ਵਿੱਚ ਜਾਣ ਦੀ ਆਗਿਆ ਨਹੀਂ ਹੈ। ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਤਾਂ ਪ੍ਰਵਾਨ ਹੁੰਦੇ ਅੰਦਰ ਜਾ ਕੇ, ਤਾਂ ਮਿਲਣ ਦਿੱਤਾ ਜਾਂਦਾ ਸੀ। ਮਲੇਸ਼ ਧਾਨ ਲੈ ਪੂਜੈ ਪੁਰਾਣ, ਮਲੇਸ਼ਾਂ ਦਾ ਧਨ ਲੈ ਕੇ ਖਾਣਾ ਅਤੇ ਕਹਿਣਾ ਜੀ ਅਸੀਂ ਤਾਂ ਪੁਰਾਣਾਂ ਦੇ ਮੁਤਾਬਕ ਚੱਲ ਰਹੇ ਹਾਂ। ਆਪਣੇ ਪੁਰਾਣ ਜਿਹੜੇ 18 ਪੁਰਾਣ ਹਿੰਦੂ ਮਤ ਦੇ ਮੰਨੇ ਗਏ ਨੇ, ਕਹਿੰਦੇ ਜੀ ਅਸੀਂ ਤਾਂ ਪੁਰਾਣਾਂ ਦੇ ਮੁਤਾਬਕ ਬਿਲਕੁਲ ਜੀਵਨ ਜੀਵਦੇ ਹਾਂ, ਕੰਮ ਸਾਰੇ ਧਰਮ ਤੋਂ ਉਲਟ, ਅਤੇ ਕਹਿਣਾ ਜੀ ਅਸੀਂ ਤਾਂ ਧਰਮ ਦੇ ਮੁਤਾਬਕ ਚੱਲ ਰਹੇ ਹਾਂ। ਇਹ ਉਹਨਾਂ ਦੀ ਗੱਲ ਵੀ ਹੈ, ਆਪਣੀ ਵੀ ਗੱਲ ਹੈ। ਆਪਾਂ ਵੀ ਕਹੀਏ ਜੀ ਅਸੀਂ ਤਾਂ ਪੂਰੀ ਮਰਿਆਦਾ ਰੱਖਦੇ ਹਾਂ, ਪਰ ਕੰਮ ਸਾਰੇ ਹੀ ਮਾੜੇ ਹੋਣ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਲੋਕ ਦਾ ਮੰਨਣਾ, ਗੁਰੂ ਨੂੰ ਕੀ ਮੰਨਣਾ ਹੋਵੇਗਾ। ਅਭਾਖਿਆ ਕਾ ਕੂਠਾ ਵੱਖਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਫਿਰ ਮੁਸਲਮਾਨਾਂ ਨਾਲ ਇੰਨੀ ਸਾਂਝ ਰੱਖਣੀ ਕਿ ਉਹ ਕਲਮਾ ਪੜ੍ਹ ਕੇ ਨਾ ਬੱਕਰਾ ਆਦਿਕ ਵੱਢਦੇ ਨੇ, ਉਹਨੂੰ ਕੁੱਠਾ ਮਾਸ ਕਿਹਾ ਜਾਂਦਾ ਹੈ। ਅਤੇ ਹਿੰਦੂ ਖੱਤਰੀ ਉਹਨਾਂ ਦੇ ਘਰ ਰਿੱਝਿਆ ਹੋਇਆ ਮਾਸ ਉਹ ਵੀ ਖਾਣਾ, ਉਹਨਾਂ ਦੇ ਕਲਮਾਂ ਦੁਆਰਾ ਪੜ੍ਹ ਕੇ ਵੱਢਿਆ ਹੋਇਆ ਬੱਕਰਾ ਉਹ ਮਾਸ ਖਾਣਾ। ਅਤੇ ਫਿਰ ਕਹਿੰਦੇ ਕੀ ਨੇ, ਚੌਂਕੇ ਉੱਪਰ ਕਿਸੇ ਨੇ ਜਾਣਾ, ਸਾਡੇ ਚੌਂਕੇ 'ਤੇ ਕੋਈ ਸ਼ੂਦਰ ਨਾ ਵੜੇ, ਕਿਉਂਕਿ ਅਸੀਂ ਤਾਂ ਬੜਾ ਸੁਚਮਤਾ ਰੱਖਦੇ ਹਾਂ, ਕੰਮ ਸਾਰੇ ਆਪਣੇ ਧਰਮ ਤੋਂ ਉਲਟ, ਅਤੇ ਕਹਿਣਾ ਜੀ ਅਸੀਂ ਤਾਂ ਬੜੇ ਸੁੱਚੇ ਹਾਂ। ਮਹਾਰਾਜ ਕਹਿੰਦੇ ਦੇ ਕੇ ਚੌਕਾ ਕੱਢੀ, ਕਾਰ ਉੱਪਰ ਆਏ ਬੈਠੇ ਕੁੜਿਆਰ। ਇਸ ਤਰ੍ਹਾਂ ਦੇ ਖੱਤਰੀ ਲੋਕ ਉਹ ਜਦੋਂ ਚੌਂਕਾ ਤਿਆਰ ਕਰਦੇ, ਭੋਜਨ ਕਾਰ ਕੱਢ ਲੈਂਦੇ, ਲੀਕ ਖਿੱਚ ਲੈਂਦੇ ਗੋਲ, ਉਹਦੇ ਵਿੱਚ ਬੈਠ ਕੇ ਆਪਣਾ ਭੋਜਨ ਪ੍ਰਸ਼ਾਦਾ ਤਿਆਰ ਕਰਦੇ। ਜਿਵੇਂ ਜਿਸ ਸਮੇਂ ਹਰਿਦੁਆਰ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ, ਉੱਥੇ ਭਾਈ ਮਰਦਾਨੇ ਨੂੰ ਜਦੋਂ ਅੱਗ ਲੈਣ ਭੇਜਿਆ, ਇੱਕ ਪੰਡਤ ਬ੍ਰਾਹਮਣ ਚੌਂਕਾ ਕੱਢ ਕੇ, ਕਾਰ ਕੱਢ ਕੇ ਨਾ ਗੋਲ ਵਿੱਚ ਚੌਂਕਾ ਬਣਾ ਕੇ
बना रहा सी लंगर अपना। भाई मरदाने ने जाके हग मंगी, पर भाई मरदाने नूं ये नहीं सी पता भी इत्थे इहने ये अपना कर्म कांड कर रहा। वो लीग दे विच वड़ गए भाई मरदाना जी, जिहड़ी उहने गोल आकार दी खिच्ची हुई सी। उस पंडित नूं बड़ा गुस्सा आया भी शूदर साडे चौंके दे विच आ वड़िया है। बोलिया नहीं, अग नाल गुस्से नाल अखां लाल हो गईयां। बलदी हुई चवाती लैके भाई मरदाने दे पिछे पिछे, भाई मरदाना अगे अगे। गुरु नानक देव महाराज जी के चरणों ते आ डिगा। भाई मरदाना महाराज अग लैन भेजिया सी, वो तो मैनू ही अग लाउण देण लगा सी। पंडित पिछे आ गया, सड़दा बलदा होया, कहन लगा जी तुहाडा इस बंदे ने साड़ा चौंका भ्रिष्ट कर दिता है। महाराज कहते किवें करता? कहते साडे चौंके में जा वड़िया। महाराज कहते तेरा चौंका तो पहला ही भ्रिष्ट होया पिया है। वो कहन लगा वो किस तरह? महाराज कहते देख तेरे अंतरीव किस तरह चंडाल रूपी गुस्सा बैठा है, कबुद्धि बैठी है, धर्म की तेनों विचार नहीं है। महाराज कहते देख है चौका कड्डी कार, ऊपर आए बैठे कुड़ियार। झूठे लोग आपके उस चौंके ऊपर बैठ गए। मत पिटा वे मत पिटा, ये अन्न साडा फिटा। वो कहते मता साडा चौंका भ्रिष्ट हो जाए, कोई इस कार दे विच ना आवे। ते नाल कहते क्योंकि जे कोई चौंके विच आके शूदर वड़न दा बंदा वड़ गया, साडा बनाया होया ये अन्न भोजन फिट जाएगा, खाण जोग नहीं रहेगा। तन फिटा फेड़ करेन। पर महाराज कहते ऐसे लोगों का तन फिटा भाव जीवन गंदा है, ते माड़े कर्म करते ने, मन झूठा है। चुली भरेण मन करके बड़े झूठे ने, चुली भर के कहते असी तो बड़े सुच्चे हाँ। कहो नानक सच ध्याईऐ, सुच होवै तां सच पाईऐ। महाराज कहते भाई सुच्चा जीवन किवें होएगा? जदों सच दे मार्ग ते चलांगे। कहो नानक सच ध्याईऐ, सच्चे वाहिगुरू नूं ध्याना करिए, अपने धर्म ते चलीए। सुच होवै तां, इत्थे इहदा विश्राम है पाठ दा। सुच होवै तां, सुचता किवें होवेगी, निर्मलता किवें होवेगी? सच पाईए, जदों सच नूं पा लांगे तां सुच्चे होवांगे। जे आपां इहदा विश्राम इदां करांगे सुच होवै तां सच पाईए, फिर तो गल ही सौखी है भी बंदा सुच्चा होवे ते उन्होंने सच मिल जाएगा। फिर तो बंदा केशी इशनान करके आके मैं तो सुच्चा हो गया तो मैनू रब मिलना चाहिए है। इहदा विश्राम इत्थे आवेगा। सुच होवै तां, सुच्चा तां होवेगा सच पाईए, जे तेनू सच मिल जावे। सच है रब परमात्मा। सतगुरु जी मैं रहमत करन, सतगुरु दे अमृत बचनों नूं कमा सकीए, और तां जो साडा जीवन भी सच्चा हो जावे, निर्मल हो जावे। होइयां भुल्लां दी खिमा। वाहिगुरू जी का खालसा, वाहिगुरू जी की फतेह।